ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ। ਹੁਣੀ ਆਪਾਂ ਲਾਈਵ ਕਲਾਸ ਲਗਾ ਕੇ ਹਟੇ ਹਾਂ ਔਰ ਡਿਊ ਟੂ ਨੈਟਵਰਕ ਐਰਰਸ ਕਲਾਸ ਆਪਣੀ ਚੱਲੀ ਨਹੀਂ। ਸੋ ਪਹਿਲਾਂ ਤਾਂ ਉਹਦੇ ਲਈ ਮਾफ़ੀ ਔਰ ਉਸ ਤੋਂ ਬਾਅਦ ਸੈਕਿੰਡਲੀ ਹੁਣ ਆਪਾਂ ਜੋ ਵੀ ਆਪਣਾ +1 ਦਾ ਸੀਕੁਐਂਸ ਐਂਡ ਸੀਰੀਜ਼ ਰਹਿੰਦਾ ਰਿਵੀਜ਼ਨ ਕਰਦੇ ਹਾਂ ਔਰ AP HP GP ਸਭ ਕੁਝ ਇਸ ਇੱਕ ਪਰਟੀਕੂਲਰ ਵੀਡੀਓ 'ਚ ਕੰਪਲੀਟ ਕਰਦੇ ਹਾਂ, ਠੀਕ ਹੈ। ਔਰ ਉਸ ਤੋਂ ਬਾਅਦ ਨੈਕਸਟ ਕਲਾਸ ਦੇ ਵਿੱਚ ਤੁਹਾਡੇ ਵਾਸਤੇ ਨੈਕਸਟ ਕੱਲ੍ਹ ਨੂੰ ਆਪਾਂ ਲਾਈਵ ਲਗਾਵਾਂਗੇ। ਕੋਸ਼ਿਸ਼ ਕਰਾਂਗੇ ਸਹੀ ਤਰੀਕੇ ਨਾਲ ਚੱਲੇ ਵੀ ਤਾਂ ਉਹ ਆਪਣੀ 7 ਵਜੇ ਲੱਗੂਗੀ, ਠੀਕ ਹੈ। ਸੋ ਟਾਈਮ ਨਹੀਂ ਵੇਸਟ ਕਰਦੇ, ਆਲਰੇਡੀ ਤੁਹਾਡਾ 1 ਘੰਟਾ ਮੈਂ ਲੈ ਚੁੱਕੀ ਹਾਂ। ਤਾਂ ਹੁਣ ਆਪਾਂ ਕਰਦੇ ਹਾਂ ਕੰਟੀਨਿਊ ਚੈਪਟਰ ਨੰਬਰ 15 ਵਿਚ ਇਜ਼ ਸੀਕੁਐਂਸ ਐਂਡ ਸੀਰੀਜ਼, ਠੀਕ ਹੈ ਜੀ। ਹੁਣ ਇਹ ਜਿਹੜਾ ਚੈਪਟਰ ਨੰਬਰ 15 ਹੈ ਇਸ ਦੇ ਵਿੱਚ ਆਪਾਂ ਕਾਫੀ ਕੁਝ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਕੀ ਕੁਝ ਡਿਸਕਸ ਕਰ ਚੁੱਕੇ ਹਾਂ ਆਪਾਂ ਨੇ? ਸੀਕੁਐਂਸ ਐਂਡ ਸੀਰੀਜ਼ ਕਰ ਲਿਆ, ਅਰਿਥਮੈਟਿਕ ਪ੍ਰੋਗਰੈਸ਼ਨ ਕਰ ਲਿਆ, ਠੀਕ ਹੈ ਜੀ। ਅਰਿਥਮੈਟਿਕ ਮੀਨ ਕਰ ਲਿਆ, ਮਤਲਬ ਆਲ ਇਨ ਸਿੰਪਲ ਵਰਡਸ ਇੱਥੋਂ ਤੱਕ ਆਪਾਂ ਸਾਰਾ ਕਵਰ ਕਰ ਚੁੱਕੇ ਹਾਂ। ਮੋਸਟ ਪ੍ਰੋਬੇਬਲੀ ਆਪਣੇ ਮਾਈਂਡ 'ਚ ਇਹ ਡਾਊਟ ਹੁੰਦਾ ਕਿ ਮੈਮ HP ਸਿਲੇਬਸ 'ਚ ਨਹੀਂ ਦਿੱਤਾ ਹੋਇਆ, ਕਰੀਏ ਜਾਂ ਨਾ। ਦ ਟਰੂਥ ਇਜ਼ ਕੁਐਸਚਨ ਆਏ ਹੋਏ ਨੇ, ਅਗਰ ਕੁਐਸਚਨ ਆਏ ਹੋਏ ਨੇ ਦੈਨ ਵੀ ਸ਼ੁੱਡ ਨਾਟ ਸਕਿਪ ਕਰਨਾ ਚਾਹੀਦਾ, ਠੀਕ ਹੈ। ਸੋ ਅੱਜ ਤੁਹਾਡਾ ਸਾਰਾ ਖਤਮ ਕਰਕੇ ਆਪਾਂ ਚੱਲਾਂਗੇ ਕੱਲ੍ਹ ਨੂੰ ਗ੍ਰੈਜੂਏਸ਼ਨ 'ਤੇ, ਠੀਕ ਹੈ ਜੀ। ਚਲੋ, ਸੋ ਸਭ ਤੋਂ ਪਹਿਲੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਹਾਰਮੋਨਿਕ ਪ੍ਰੋਗਰੈਸ਼ਨ HP ਨੂੰ ਆਪਾਂ ਕੀ ਬੋਲਦੇ ਹਾਂ? ਹਾਰਮੋਨਿਕ ਪ੍ਰੋਗਰੈਸ਼ਨ। ਹੁਣ ਹਾਰਮੋਨਿਕ ਪ੍ਰੋਗਰੈਸ਼ਨ ਦੇ ਵਿੱਚ ਕੀ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ? ਹਾਰਮੋਨਿਕ ਪ੍ਰੋਗਰੈਸ਼ਨ ਆਪਾਂ AP ਪੜ੍ਹਿਆ, ਬਿਲਕੁਲ ਪੜ੍ਹਿਆ। AP ਦੇ ਵਿੱਚ ਆਪਾਂ ਕੀ ਚੀਜ਼ ਪੜ੍ਹੀ? AP ਦੇ ਵਿੱਚ ਪੜ੍ਹਿਆ ਕਿ ਆਪਣੇ ਕੋਲੇ ਸੇਮ ਡਿਫਰੈਂਸ ਚੱਲਦਾ 2 4 6 8 ਐਂਡ ਅਪ ਟੂ ਸੋ ਔਨ, ਜਿੱਥੇ ਇੱਕ ਕਾਮਨ ਡਿਫਰੈਂਸ ਹੁੰਦਾ ਔਰ ਹਰ ਜਗ੍ਹਾ 'ਤੇ ਉਹੀ ਐਡ ਹੋ ਰਿਹਾ ਹੁੰਦਾ, ਦੈਟ ਇਜ਼ ਅਵਰ AP। ਹੁਣ ਅਗਰ ਗੱਲ ਕਰੀਏ GP ਦੀ, ਤਾਂ GP ਦੇ ਵਿੱਚ ਇੱਕ ਕਾਮਨ ਰੇਸ਼ੋ ਹੁੰਦੀ ਹੈ ਜੋ ਹਰ ਜਗ੍ਹਾ ਦੇ ਉੱਪਰ ਕੀ ਹੁੰਦੀ ਹੈ? ਮਲਟੀਪਲਾਈ ਹੁੰਦੀ ਹੈ ਹਰ ਨੰਬਰ ਦੇ ਨਾਲ। ਸੋ ਦੇਅਰ ਇਜ਼ ਅ ਕਾਮਨ ਰੇਸ਼ੋ ਜੋ ਹਰ ਨੰਬਰ ਦੇ ਨਾਲ ਕੀ ਹੋ ਰਿਹਾ? ਮਲਟੀਪਲਾਈ ਹੋ ਰਿਹਾ। AP ਪਤਾ ਸੀ, GP ਪਤਾ ਸੀ, ਹਾਂਜੀ। ਦ ਥਿੰਗ ਇਜ਼ HP ਕੀ ਹੈ? ਤਾਂ HP ਆਪਣੇ ਕੋਲ ਹੈ ਜਦੋਂ ਤੁਸੀਂ AP ਦੀਆਂ ਟਰਮਸ ਦਾ ਰੈਸੀਪ੍ਰੋਕਲ ਕਰ ਦਿੰਦੇ ਹੋ ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ? HP ਬੋਲਦੇ ਹਾਂ। ਵੈਰੀ ਸਿੰਪਲ ਐਂਡ ਸੋਟਰ। ਜਿਹੜੇ ਸਾਥੀ ਨੂੰ AP ਆਉਂਦੀ ਹੈ ਉਸਨੂੰ ਆਪਾਂ HP ਵੀ ਕਹਾਂਗੇ, ਉਹਨੂੰ HP ਵੀ ਆਉਂਦੀ ਹੈ। ਔਰ ਜਿਹੜੇ ਸਾਥੀ ਨੂੰ AP ਆਉਂਦੀ ਹੈ ਉਹ ਈਜ਼ੀਲੀ GP ਵੀ ਸਿੱਖ ਸਕਦਾ ਹੈ। ਸਿੰਪਲ। ਹੁਣ HP ਦਾ ਮਤਲਬ ਕੀ ਹੈ? ਮੈਂ ਤੁਹਾਡੇ ਸਾਹਮਣੇ ਥੋੜ੍ਹੀ ਦੇਰ ਪਹਿਲਾਂ ਇੱਕ AP ਲਿਖੀ ਸੀ ਨਾ, ਦਿਸ ਇਜ਼ AP। ਮੈਂ ਤੁਹਾਨੂੰ ਕਿਹਾ ਸੀ ਕਾਮਨ ਡਿਫਰੈਂਸ ਸੇਮ ਹੈ ਤਾਂ AP ਹੈਗੀ ਹੈ। ਮੈਨੇ ਇਸ ਦੀਆਂ ਸਾਰੀਆਂ ਹੀ ਟਰਮਸ ਦਾ ਕੀ ਕਰਤਾ? ਰੈਸੀਪ੍ਰੋਕਲ ਕਰਤਾ। ਜਦੋਂ ਮੈਂ ਇਸ ਦੀਆਂ ਸਾਰੀਆਂ ਟਰਮਸ ਦਾ ਰੈਸੀਪ੍ਰੋਕਲ ਕਰਤਾ ਕੀ ਬਣ ਗਿਆ? 1/2 1/4 1/6 1/8 ਇੱਦਾਂ ਹੀ ਚੱਲੀ ਜਾਏਗਾ। ਇਹ ਮੇਰੇ ਕੋਲ ਇੱਕ ਨਵੀਂ ਸੀਰੀਜ਼ ਬਣ ਗਈ। ਨਵੀਂ ਸੀਰੀਜ਼ ਕਹਿ ਲਓ, ਨਵੀਂ ਸੀਕੁਐਂਸ ਕਹਿ ਲਓ। ਅਤੇ ਜਿਹੜੀ ਨਵੀਂ ਸੀਰੀਜ਼ ਜਾਂ ਸੀਕੁਐਂਸ ਬਣੀ ਹੈ ਇਸ ਨੂੰ ਹੀ ਆਪਾਂ ਕੀ ਬੋਲਾਂਗੇ? HP ਬੋਲਾਂਗੇ। ਇਸ ਨੂੰ ਹੀ ਆਪਾਂ ਕੀ ਬੋਲਾਂਗੇ? HP ਬੋਲਾਂਗੇ। ਵੈਰੀ ਈਜ਼ੀ ਟੂ ਅੰਡਰਸਟੈਂਡ। ਹੁਣ ਸਮਝ ਆ ਗਈ ਸਾਰਿਆਂ ਨੂੰ ਕਿ HP ਕੀ ਹੁੰਦੀ ਹੈ। ਸੋ HP ਕੋਈ ਵੀ ਔਖੀ ਚੀਜ਼ ਨਹੀਂ ਹੈ। ਜੇਕਰ AP ਆਉਂਦੀ ਹੈ ਉਹਨੂੰ HP ਵੀ ਆਉਂਦੀ ਹੈ, ਕਿਉਂਕਿ ਆਪਾਂ HP ਦਾ ਕੋਈ ਡਿਫਰੈਂਟ ਫਾਰਮੂਲਾ ਕਰਨਾ ਹੀ ਨਹੀਂ। ਨਾ ਆਪਾਂ HP ਦੇ ਲੰਬੇ ਚੌੜੇ ਫਾਰਮੂਲੇ ਸਿੱਖਣੇ ਨੇ, ਨਾ ਉਹਦੇ nth ਟਰਮ ਵਾਲਾ ਫਾਰਮੂਲਾ ਸਿੱਖਣਾ, ਕੁਝ ਵੀ ਨਹੀਂ। ਆਪਾਂ ਤਾਂ AP ਹੀ ਕਰਨੀ ਹੈ। ਬਸ ਉਹਦਾ ਲਾਸਟ ਦੇ ਵਿੱਚ ਕੀ ਕਰ ਦਿਆ ਕਰਾਂਗੇ? ਰੈਸੀਪ੍ਰੋਕਲ। ਸਿੰਪਲ, ਕਲੀਅਰ। ਹੁਣ ਆਪਾਂ ਗੱਲ ਕੀਤੀ ਸੀ ਕਿ AP, ਮੰਨ ਲਓ ਮੇਰੇ ਕੋਲ ਕੋਈ ਵੀ ਟਰਮ 1/A 1/B 1/C ਐਂਡ ਅਪ ਟੂ ਸੋ ਔਨ ਚੱਲੀ ਜਾਂਦੀ ਹੈ ਔਰ ਮੈਂ ਤੁਹਾਨੂੰ ਕਿਹਾ ਵੀ ਇਹ HP ਹੈ। ਇਹਦਾ ਸਿੱਧਾ ਮਤਲਬ ਇਹ ਹੈ ਕਿ ABC ਮੇਰੇ ਕੋਲੇ AP ਦੇ ਵਿੱਚ ਹੋਣਗੇ। ਸਿੰਪਲ ਐਂਡ ਸੋਟਰ। ਸਿਮਿਲਰਲੀ ਜੇਕਰ ਮੇਰੇ ਕੋਲ A B C HP ਦੇ ਵਿੱਚ ਨੇ ਤਾਂ ਇਹਦਾ ਸਿੱਧਾ ਮਤਲਬ 1/A 1/B 1/C HP ਦੇ ਵਿੱਚ ਹੋਣਗੇ। AP ਦੇ ਵਿੱਚ ਹੋਣਗੇ, ਸਮਝੇ? ਤਾਂ ਕੋਈ ਵੀ ਨੰਬਰ ਹੈ ਉਹਦਾ ਰੈਸੀਪ੍ਰੋਕਲ ਪੱਕਾ ਹੋਏਗਾ ਜੀ AP ਦੇ ਵਿੱਚ। ਕਲੀਅਰ। ਤਾਂ ਹੁਣ ਕੁਐਸਚਨ ਅਰਾਈਜ਼ ਹੁੰਦਾ ਹੈ, ਮੈਮ ਇਹ ਸਾਰਾ ਕੁਝ ਤਾਂ ਠੀਕ ਹੈ, ਸਾਨੂੰ ਨਾ ਮਤਲਬ ਫਾਰਮੂਲਾ ਆਉਂਦਾ ਸੀ AP ਦੇ ਵਿੱਚ A + n-1D ਦਾ, ਕਿ ਜੇਕਰ ਇਹੀ ਫਾਰਮੂਲਾ AP ਦਾ ਹੈ ਤਾਂ ਫਿਰ ਤੁਹਾਡੀਆਂ ਗੱਲਾਂ ਦੇ ਅਕੋਰਡਿੰਗ HP ਦਾ ਫਾਰਮੂਲਾ ਇਹ ਹੋ ਗਿਆ। ਇਹੀ ਸੋਚੋਗੇ ਨਾ ਤੁਸੀਂ ਵੀ, ਜਿਵੇਂ ਤੁਸੀਂ ਕਹਿ ਰਹੇ ਹੋ ਉਹਦੇ ਹਿਸਾਬ ਨਾਲ ਤਾਂ HP ਦਾ ਫਾਰਮੂਲਾ ਇਹ ਹੋ ਗਿਆ। ਤਾਂ ਜੇਕਰ ਤੁਸੀਂ ਇਹ ਸੋਚ ਰਹੇ ਹੋ ਤਾਂ ਬਹੁਤ ਸਹੀ ਸੋਚ ਰਹੇ ਹੋ, ਇਹ ਤੁਹਾਡਾ HP ਦਾ ਫਾਰਮੂਲਾ ਹੁੰਦਾ। ਅੱਛਾ ਜੀ, ਐਵੇਂ ਵੀ ਹੁੰਦਾ। ਐਪਲੀਕੇਬਲ ਕਰਕੇ ਦਿਖਾਓ ਫਿਰ ਅਸੀਂ ਮੰਨਾਂਗੇ। ਹੁਣ ਮੰਨ ਲਓ ਤੁਹਾਡੇ ਕੋਲ ਕੋਈ ਵੀ ਇੱਕ ਕੁਐਸਚਨ ਦਿੱਤਾ ਹੋਇਆ ਲਾਈਕ
2 4 6 का नहीं लेंदे, तो हुण पुराना हो गया, 1 3 5 ले लैंदे आ, ये थोड़ा जिहा नवा है, ठीक है। 1 3 5 7 एंड अप टू सो ऑन, ठीक है। मैं तुहानूं इहदे विच किहा कि इहदे विच ना मैनूं एवें करो 7th टर्म कढ के दिखाओ जी किन्नी है, ठीक है। हुण ए एन मेरे कोल किहदे इक्वल आ गया, ए प्लस एन माइनस 1 डी। ए मेरे कोल किहदे बराबर है जी 1, एन किन्ने 7, डी किन्ने 2, तो कर करा के मेरे को कितना बन गया 6 2 ज़ा 12 एंड मेरे को 7th टर्म कितनी आ गई 13 आ गई। एग्री? क्यों? क्योंकि ये 4th टर्म सी, 5th टर्म मेरे को आ गई 9, 6th टर्म आ गई 11 एंड 7th टर्म मेरे को आ गई 13। हुण जेकर मैं इस सीरीज़ के अकॉर्डिंग चलदी हाँ तो इस सीरीज़ के अकॉर्डिंग मैं HP बनानी हाँ। सोच के देखो, इस सीरीज़ के अकॉर्डिंग चलदी हाँ और इस सीरीज़ के अकॉर्डिंग मैं HP बनानी हाँ, तो की फॉर्मूला दसदा जी आपां नूं? फॉर्मूला दसदा कि अपने को आएगा 1/1, 1/3, 1/5, 1/7, एवें करते करते जिहड़ी 7th टर्म है वो मेरे को 1/13 आऊगी। तो HP के अकॉर्डिंग जेकर 7th टर्म 1/13 है तो ये फॉर्मूला बिल्कुल सही है कि नहीं हैगा? है। समझ गए तुसी की करना है? तुसी HP होवे ना होवे कोई फर्क नहीं पैंदा, तुसी सिर्फ तो सिर्फ एको ही काम करना है, AP दे विच कन्वर्ट एंड लास्ट के आंसर नूं रेसिप्रोकल। यस नो सॉर्टेड। हुण ये सारियां गल्लां करन तो बाद नैक्सट जिहड़ी चीज़ आ जाती है वो आ जाती है जी nth टर्म की, कि मैम जेकर सानू nth टर्म फाइंड करने लई कहता तो असीं की करांगे? वो मैं हुणी तुहानूं सोल्व करके दिखाई दिता कि जो तुसीं nth टर्म फाइंड करनी है किसी भी HP दी, तो तुसीं जिहड़ा HP वाला एडा लंबा जिहा फॉर्मूला जो मैं तुहानूं दस ही नहीं रही इत्थे वो नहीं यूज़ करना, ठीक है। जेकर तुसीं फिर भी जानन दे इच्छुक हो दैट इज़ A2 प्लस n-1 A1 माइनस A2, बोलो करना है? नहीं। क्यों? क्योंकि सानू जिहड़ा ये वाला मैथड है ये ज़्यादा सौखा लग्या, ठीक है। क्लीयर है? हुण एक होर चीज़ तुहाडे कोल इत्थे आ जाती है कि nth टर्म, हाँ जी सॉरी, nth टर्म फ्रॉम एंड। हुण आपां सीखण लगे हां कि लास्ट तो nth टर्म किवें कड्ढनी है। पहला आपां सीखांगे AP च किवें कड्ढनी है, उस तो बाद आपां सीखांगे HP दे विच किवें कड्ढनी है, क्योंकि जेकर AP दे विच आ गई तो HP तो फिर सानू पता ही है, रेसिप्रोकल तो करना आंदा ही है सारिआं नूं, उही करना है बस। चलो जी सीखते हैं फिर। हुण मान लो मेरे को इत्थे दित्ती हुई है 2 4 6 8 एंड अप टू सो ऑन 40, ठीक है। मैंने तुहानूं कहा कि इहदे विच ना मैनूं 13th टर्म कढ के दिखाओ, बट 13th टर्म कढिओ फ्रॉम लास्ट। हुण इत्थे की आ रहा है फ्रॉम लास्ट, पिछों कढनी है जी 13वीं टर्म, अगे तो नहीं कढनी। तो यदा मतलब हुण कुछ तो करना पऊगा ताकि मेरा क्वेश्चन सौखा हो जाए। हुण मैनूं इन्ना पता है कि 2 का फर्क चल रहा है, ये भी मैनूं अच्छे तरीके नाल पता है कि किते ना किते 40 तो पहला 38 आंदा होगा, 38 तो पहले 36 आंदा होगा। इट इज़ वेरी ईजी, आप अच्छे लैवल के पेपर दे रहे हैं तो ये बड़ा ईजी है समझना। हुण अगर आप गल करिए तो मैंने की किया, इनू उल्टा के लिख लिया, मतलब इन्हों आखिर तो चाहिए सी ना, आखिर तो 13th टर्म चाहिए सी, मैंने AP ही पुट्ठी करती। तो जी 13th टर्म आखिर तो चाहिए सी वो मेरे को स्टार्टिंग तो ही बन गई, ठीक है जी। वो मेरे को कितों बन गई, हुण स्टार्टिंग तो ही बन गई। तो मतलब A का मुल किन्ना 40, डिफरेंस इत्थे किन्ना, डिफरेंस का ध्यान रखियो जी -2 आया डिफरेंस, कला 2 नहीं आया। एंड nth टर्म मतलब n की वैल्यू कितनी फाइंड करनी है मैंने 13 की। बस फिर फॉर्मूला लगाओ एंड सॉल्व द क्वेश्चन। AN इज इक्वल्स टू A प्लस n-1 D, दैट इज इक्वल्स टू 40 प्लस 12 n-2। हुण मैंने 40 दे विचों 24 माइनस कर देना है, जिहदे विचों मेरे कोल कितना आ गया 16 आ गया। सो अगर मैं लास्ट तो 13th टर्म फाइंड कर रही सी तो मेरे कोल कितनी आ गई है 16 आ गई है। ये सुनो हुण जेकर ये क्वेश्चन HP दे विच हुंदा तां किवें हुंदा? HP दे विच ये क्वेश्चन हुंदा कुछ इस तरीके नाल, लाइक 1/2, 1/4, 1/6 एंड अप टू सो ऑन 1/40। तो ये लास्ट तो लास्ट 13th टर्म फाइंड करके दसो जी किन्नी आएगी। नाउ द क्वेश्चन इज मैम असीं लंबा वाला फॉर्मूला लगाइए, बिल्कुल नहीं लगाना, एवें दा कुछ नहीं करना। तुसीं इनू सब तो पहला तो बनाओ AP,
AP ਬਣਾਵਾਂਗੇ ਤਾਂ ਕੀ ਬਣ ਜਾਏਗਾ 2 4 6 ਐਂਡ ਅਪ ਟੂ ਸੋ ਔਨ 40। ਹੁਣ AP ਬਣਾਉਣ ਤੋਂ ਬਾਅਦ ਕਿਉਂਕਿ ਮੈਨੇ ਲਾਸਟ ਤੋਂ ਫਾਈਂਡ ਕਰਨਾ ਹੈ ਤਾਂ ਐਜ਼ ਵੀ ਨੋ ਕਿ AP ਦੇ ਵਿੱਚ ਆਪਾਂ ਲਾਸਟ ਤੋਂ ਫਾਈਂਡ ਕਿਵੇਂ ਕਰਦੇ ਹੁੰਦੇ ਆ, ਹੁਣੀ ਆਪਾਂ ਪੜ੍ਹ ਕੇ ਆਏ ਆ। ਹੁਣ ਤੁਸੀਂ ਕਹੋਗੇ ਮੈਂ ਮੈਨੂੰ ਸੋਲਵ ਨਾ ਕਰਿਓ, ਸਾਨੂੰ ਪਤਾ ਇਹਦਾ ਆਨਸਰ 16 ਆਊਗਾ। ਤੁਹਾਡੇ ਕੋਲ ਆਪਸ਼ਨ 'ਚ 16 ਵੀ ਪਿਆ ਹੋਊਗਾ, 1/16 ਵੀ ਪਿਆ ਹੋਊਗਾ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਸੀਂ HP ਦੇ ਵਿੱਚ ਆਨਸਰ ਦੇਣਾ ਹੈ, ਦੈਨ ਯੂਅਰ ਲਾਸਟ ਟਰਮ ਵਿਲ ਬੀ 1/16। ਸੌਖੀ ਜੀ ਚੀਜ਼ ਹੈ, ਬਹੁਤ ਈਜ਼ੀ ਚੀਜ਼ ਹੈ। ਸਮਝ ਗਏ ਤਾਂ ਮਤਲਬ ਗੁੱਡ ਹੈ, ਠੀਕ ਹੈ। ਨਹੀਂ ਸਮਝੇ ਤਾਂ ਦੁਬਾਰਾ ਦੇਖ ਲਿਓ ਵੀਡੀਓ, ਸਮਝ ਆ ਜਾਊਗੀ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਜਿਹੜਾ ਟੌਪਿਕ ਆਪਣੇ ਕੋਲ ਹੈਗਾ ਦੈਟ ਇਜ਼ ਹਾਰਮੋਨਿਕ ਮੀਨ। ਹਾਰਮੋਨਿਕ ਮੀਨ ਕਿਵੇਂ ਫਾਈਂਡ ਕਰਨਾ ਹੈ? ਆਪਾਂ ਨੇ AP ਪੜ੍ਹੀ, AP ਤੋਂ ਅਸੀਂ ਅਰਥਮੈਟਿਕ ਮੀਨ ਕੱਢ ਲਿਆ ਜੀ। ਅਰਥਮੈਟਿਕ ਮੀਨ ਕੀ ਹੁੰਦਾ ਸੀ? ਦੋ ਨੰਬਰਸ ਦਾ A+B/2। GP ਪੜ੍ਹ ਲਈ, GP ਤੋਂ ਸਾਨੂੰ ਪਤਾ ਲੱਗਿਆ ਕੋਈ ਜਿਓਮੈਟ੍ਰਿਕ ਮੀਨ ਵੀ ਹੁੰਦਾ ਅਤੇ ਉਹ ਅਸੀਂ ਕਿਵੇਂ ਕੱਢਿਆ? ਦੋ ਨੰਬਰਸ ਦਾ ਰੂਟ। ਹੁਣ ਅਸੀਂ ਪੜ੍ਹੀ ਹੈ HP। ਦੇਰ ਇਜ਼ ਅ ਵੈਰੀ ਗੁੱਡ ਚਾਂਸ ਕਿ ਹਾਰਮੋਨਿਕ ਮੀਨ ਵੀ ਹੋਊਗਾ। ਔਰ ਹਾਰਮੋਨਿਕ ਮੀਨ ਕਿਵੇਂ ਫਾਈਂਡ ਕਰਨਾ ਹੁੰਦਾ? 2AB ਡਿਵਾਈਡ ਬਾਈ A+B। ਸਿੰਪਲ ਐਂਡ ਸੌਰਟਡ, ਠੀਕ ਹੈ। ਹੁਣ ਕਿਉਂਕਿ ਇਹ ਤਿੰਨੋਂ ਚੀਜ਼ਾਂ ਤੁਹਾਨੂੰ ਕਿਹਦੇ ਵਾਸਤੇ ਨੇ? 2 ਨੰਬਰਸ ਵਾਸਤੇ ਨੇ। ਜਦੋਂ ਤੁਹਾਨੂੰ 2 ਨੰਬਰ ਦਿੱਤੇ ਹੋਣਗੇ ਤਾਂ ਤੁਸੀਂ ਇਸ ਤਰੀਕੇ ਨਾਲ ਹਾਰਮੋਨਿਕ ਮੀਨ, ਜਿਓਮੈਟ੍ਰਿਕ ਮੀਨ ਅਤੇ ਅਰਥਮੈਟਿਕ ਮੀਨ ਫਾਈਂਡ ਕਰ ਸਕਦੇ ਹੋ। ਓਕੇ, ਫਾਈਨ, ਕਲੀਅਰ। ਕੋਈ ਡਾਊਟ ਹੋਵੇ ਇਸ ਦੇ ਵਿੱਚ, ਸਟਿਲ ਕੋਈ ਵੀ ਡਾਊਟ ਹੈ ਤਾਂ ਪੁੱਛੋ ਜੀ, ਠੀਕ ਹੈ। ਇਸ ਤੋਂ ਬਾਅਦ ਜੋ ਆਪਣਾ ਲਾਈਵ ਕਲਾਸ ਦੇ ਵਿੱਚ ਚੱਲ ਰਿਹਾ ਸੀ ਕੁਐਸਚਨਸ ਦੇ ਨਾਲ, ਹੁਣ ਚਲੋ ਹੁਣ ਤਾਂ ਨਹੀਂ ਮੈਂ ਕੁਐਸਚਨ ਪੁੱਛ ਸਕਦੀ, ਰਿਕਾਰਡਿੰਗ ਕਲਾਸ ਹੈ, ਤਾਂ ਮੈਂ ਤੁਹਾਡੀ ਫਟਾਫਟ ਐਜ਼ ਅ 1 2 3 ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ AP ਦੀ। ਤਾਂ ਮੈਂ ਤੁਹਾਡੀ ਐਜ਼ ਅ 1 2 3 ਪੁਆਇੰਟਸ ਰਿਵੀਜ਼ਨ ਕਰਵਾ ਦਿੰਦੀ ਹਾਂ, ਜਿਸ ਦੇ ਨਾਲ ਤੁਹਾਡਾ ਪੂਰਾ ਟੌਪਿਕ ਸਮ ਅਪ ਹੋ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ। ਹਾਂਜੀ, ਤਾਂ ਸਭ ਤੋਂ ਪਹਿਲੀ ਚੀਜ਼ ਆਪਾਂ ਇੱਥੇ ਕੀ ਡਿਸਕਸ ਕਰਨੀ ਹੈ? ਸਭ ਤੋਂ ਪਹਿਲੀ ਚੀਜ਼ ਆਪਾਂ ਕੀਤੀ ਸੀ nth ਟਰਮ ਦੀ। AP ਦੀ ਗੱਲ ਹੋ ਰਹੀ ਹੈ, ਮੈਂ ਤੁਹਾਨੂੰ ਪਹਿਲਾਂ ਦੱਸਦਾ, ਤਾਂ ਧਿਆਨ ਰੱਖ ਲਿਓ, ਠੀਕ ਹੈ। ਹਾਂਜੀ, nth ਟਰਮ ਮੇਰੇ ਕੋਲ ਕੀ ਹੁੰਦੀ ਹੈ AP ਦੇ ਵਿੱਚ? A+n-1d। ਸੈਕਿੰਡ ਥਿੰਗ, ਜਦੋਂ ਮੈਨੂੰ ਲਾਸਟ ਟਰਮ ਦਿੱਤੀ ਹੋਵੇ, ਇਨ ਦੈਟ ਕੇਸ ਮੇਰੇ ਕੋਲ nth ਟਰਮ ਕੀ ਹੋਏਗੀ? L is equals to A+n-1d। ਯੈਸ ਔਰ ਨੋ? ਈਜ਼ੀ, ਕਲੀਅਰ। ਚਲੋ ਜੀ, ਹੁਣ ਤੀਸਰੀ ਤੇ ਆ ਜਾਓ। ਥਰਡ ਵਨ, ਸਮ ਆਫ n ਟਰਮਸ ਕਿੰਨਾ ਹੁੰਦਾ ਸੀ? ਸਮ ਆਫ n ਟਰਮਸ ਹੁੰਦਾ ਸੀ n/2 2A + n-1d। ਨੰਬਰ 4, ਸਮ ਆਫ n ਟਰਮਸ ਜਦੋਂ ਮੈਨੂੰ ਲਾਸਟ ਟਰਮ ਗਿਵਨ ਹੁੰਦੀ ਸੀ ਤਾਂ ਉਦੋਂ ਮੇਰੇ ਕੋਲ ਸਮ ਆਫ n ਟਰਮਸ ਕੀ ਹੁੰਦਾ ਸੀ? n/2 A + L। ਕੋਸ਼ਿਸ਼ ਕਰਿਓ ਕਿ ਇਹ ਜਿਹੜੀਆਂ ਚੀਜ਼ਾਂ ਮੈਂ ਬੋਲ ਰਹੀ ਹਾਂ ਉਸ ਤੋਂ ਪਹਿਲਾਂ ਤੁਸੀਂ ਫਟਾਫਟ ਰਿਵਾਈਜ਼ ਕਰ ਲਓ, ਠੀਕ ਹੈ, ਕਿਉਂਕਿ ਇਹ ਆਪਾਂ ਰਿਵੀਜ਼ਨ ਕਰ ਰਹੇ ਸੀ। ਚਲੋ ਕੋਈ ਗੱਲ ਨਹੀਂ ਹੋ ਪਾਈ ਤਾਂ ਕਿੰਨੀਆਂ ਹੋ ਗਈਆਂ ਜੀ? 4। ਨਾਓ ਫॉर ਫਿਫਥ ਵਨ ਮੈਂ ਤੁਹਾਨੂੰ ਕਿਹਾ ਸੀ ਕਾਮਨ ਡਿਫਰੈਂਸ ਕਿਵੇਂ ਨਿਕਲਦਾ ਹੈ? nth ਟਰਮ ਦੇ ਵਿੱਚੋਂ n-1 ਕਰਕੇ, ਮਤਲਬ ਜੋ ਵੀ ਟਰਮ ਤੁਹਾਨੂੰ ਦਿੱਤੀ ਹੋਈ ਹੈ, 4th ਟਰਮ ਹੈ ਤਾਂ ਉਹ 'ਚੋਂ 3rd ਟਰਮ ਮਾਈਨਸ ਕਰ ਦਾਂਗੇ, 7th ਟਰਮ ਹੈ ਤਾਂ ਉਹ 'ਚੋਂ 6th ਟਰਮ ਮਾਈਨਸ ਕਰ ਦਾਂਗੇ, ਠੀਕ ਹੈ। 6th ਵਨ, ਅਗਰ ਤੁਹਾਨੂੰ ਕੀ ਦੇ ਦੇਣ, ਤੁਹਾਨੂੰ ਕਹਿ ਦੇਣ ਕਿ ਮੇਰੇ ਕੋਲ ਪਹਿਲੀਆਂ 10 ਟਰਮਸ ਦਾ ਸਮ ਪਿਆ, ਮੇਰੇ ਕੋਲ ਪਹਿਲੀਆਂ 9 ਟਰਮਸ ਦਾ ਸਮ ਪਿਆ, ਮੈਨੂੰ 10th ਟਰਮ ਦੱਸੋ ਕਿੰਨੀ ਹੈ? ਵੈਰੀ ਈਜ਼ੀ ਟੂ ਅੰਡਰਸਟੈਂਡ, ਦੈਟ ਇਜ਼ S10 - S9। ਇਹ ਕਿਵੇਂ ਆਇਆ ਜੀ? ਐਗਜ਼ਾਮਪਲ ਲੈ ਲੈਂਦੇ ਹਾਂ। 1 3 5 7 ਇਹ 4 ਟਰਮਸ ਨੇ, ਮਤਲਬ ਮੇਰੇ ਕੋਲ ਪਹਿਲੀਆਂ 4 ਟਰਮਸ ਦਾ ਸਮ ਪਿਆ ਦਿੱਤਾ ਹੋਇਆ, ਚਲੋ ਠੀਕ ਹੈ। ਔਰ ਉਸ ਤੋਂ ਬਾਅਦ ਕਹਿੰਦੇ ਪਹਿਲੀਆਂ 3 ਟਰਮਸ ਵੀ ਦਾ ਸਮ ਵੀ ਮੈਨੇ ਤੁਹਾਨੂੰ ਦਿੱਤਾ ਹੋਇਆ, ਤਾਂ ਹੁਣ ਮੈਨੂੰ ਦੱਸੋ ਕਿ 4th ਟਰਮ ਕਿੰਨੀ ਹੋਊਗੀ? ਤੁਸੀਂ ਕਹੋਗੇ ਮੈਮ ਜਦੋਂ ਤੁਸੀਂ ਇਹਨਾਂ ਦੋਨਾਂ ਦਾ ਮਾਈਨਸ ਕਰੋਗੇ ਇਹ ਤਾਂ ਬੜਾ ਸਾਫ਼ ਜਿਹਾ ਦਿਖ ਰਿਹਾ ਹੈ ਕਿ ਇਕੱਲਾ 7 ਆਂਸਰ ਆ ਜਾਊਗਾ। ਤਾਂ ਸਿਮਿਲਰਲੀ ਜਿਹੜਾ ਮੇਰੇ ਕੋਲ T4 ਹੈ ਦੈਟ ਇਜ਼ ਇਕੁਅਲਸ ਟੂ S4 - S3। ਇਨ ਜਨਰਲ ਯੂ ਕੈਨ ਸੇ ਕਿ Tn ਮੇਰੇ ਕੋਲ ਕੀ ਹੁੰਦਾ ਜੀ? Sn - Sn - 1। ਐਗਰੀ ਔਰ ਨੋਟ? ਯੈਸ ਔਰ ਨੋ? ਠੀਕ ਹੈ। ਸੋ ਇਹ ਕਾਫੀ ਅੱਛਾ ਸਾ ਸੀਗਾ ਜਿਹਦੇ ਨਾਲ ਤੁਸੀਂ ਆਰਾਮ ਨਾਲ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ, ਠੀਕ ਹੈ ਜੀ। ਨੈਕਸਟ ਵਨ, ਇਹ ਕਿੰਨੇ ਹੋ ਗਏ ਆਪਣੇ? 6। 7th ਵਨ ਮੈਂ ਤੁਹਾਨੂੰ ਕਿਹਾ ਸੀ ਅਰਥਮੈਟਿਕ ਮੀਨ ਕੀ ਹੁੰਦਾ? A+B/2। ਦਿਸ ਇਜ਼ ਯੂਅਰ ਅਰਥਮੈਟਿਕ ਮੀਨ। ਔਰ ਜਦੋਂ ਤੁਸੀਂ n ਅਰਥਮੈਟਿਕ ਮੀਨ ਕੱਢਦੇ ਹੋ ਅਤੇ ਉਹਨਾਂ ਦਾ ਸਮ ਕਰਦੇ ਹੋ, ਉਹ ਕਿਹਦੇ ਬਰਾਬਰ ਆਏਗਾ? ਦੇਖੋ n ਅਰਥਮੈਟਿਕ ਮੀਨ ਕੱਢੇ, A1 ਕੱਢਿਆ, A2 ਕੱਢਿਆ, A3 ਕੱਢਿਆ, ਐਵੇਂ ਕਰਦੇ ਕਰਦੇ n ਅਰਥਮੈਟਿਕ ਮੀਨ ਕੱਢ ਲਏ ਔਰ ਸਭ ਦਾ ਕੀ ਕਰਤਾ? ਸਮ ਕਰਤਾ, ਦੈਟ ਇਜ਼ ਇਕੁਅਲਸ ਟੂ n ×
ਅਰਥਮੈਟਿਕ ਮੀਨ। ਤੁਸੀਂ ਕਰਕੇ ਦੇਖਿਓ ਇਹ ਚੀਜ਼, ਜਦੋਂ ਤੁਸੀਂ ਮੋਰ ਦੈਨ 1 ਅਰਥਮੈਟਿਕ ਮੀਨ ਕੱਢੋਗੇ ਤੇ ਉਹਨਾਂ ਦਾ ਸਮ ਕਰੋਗੇ, ਉਹ ਕਿਹਦੇ ਬਰਾਬਰ ਆਊਗਾ, n ਇੰਟੂ a ਦੇ ਬਰਾਬਰ ਆਊਗਾ। ਹੁਣ ਇੱਥੇ n ਕੀ ਹੈ, ਨੰਬਰ ਆਫ ਜਿੰਨੇ ਵੀ ਅਰਥਮੈਟਿਕ ਮੀਨ ਕੱਢੇ ਨੇ, ਔਰ a ਕੀ ਹੈ, ਜਿਹੜਾ ਤੁਹਾਡਾ ਅਰਥਮੈਟਿਕ ਮੀਨ ਹੈਗਾ। ਯੈਸ ਨੋ, ਕਲੀਅਰ ਹੈ, ਗੁੱਡ। ਨੈਕਸਟ ਵਨ 9th, ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਅਰਥਮੈਟਿਕ ਮੀਨ ਕੱਢਣੇ ਨੇ ਔਰ ਤੁਸੀਂ 3 ਨੰਬਰ ਸਿਲੈਕਟ ਕਰਨੇ ਨੇ, ਤਾਂ ਤੁਸੀਂ ਕਿਹੜੇ ਕਿਹੜੇ 3 ਨੰਬਰ ਸਿਲੈਕਟ ਕਰਨੇ ਨੇ, ਦੀਜ਼ ਆਰ a ਮਾਈਨਸ d, a ਐਂਡ a ਪਲਸ d, ਯਾਦ ਹੈ ਨਾ। ਔਰ ਜਦੋਂ ਆਪਣੀ ਗੱਲ ਹੋਈ ਸੀ 4 ਨੰਬਰਸ ਦੀ, ਕਿ ਤੁਸੀਂ ਕਿਹੜੇ ਕਿਹੜੇ 4 ਨੰਬਰਸ ਨੇ ਜਿਹੜੇ ਏਪੀ ਦੇ ਵਿੱਚ ਲੈਣੇ ਨੇ, a ਮਾਈਨਸ 3d, a ਮਾਈਨਸ d, a ਪਲਸ d ਐਂਡ a ਪਲਸ 3d। ਸਿਮਿਲਰਲੀ 5 ਨੰਬਰ ਵੀ ਆਪਾਂ ਪੜ੍ਹੇ ਹੋਏ ਨੇ ਔਰ ਸਿਮਿਲਰਲੀ 6 ਨੰਬਰਸ ਵੀ ਆਪਾਂ ਪੜ੍ਹੇ ਹੋਏ ਨੇ। ਪੜ੍ਹਿਆ ਹੋਇਆ ਨਾ ਜੀ ਸਾਰਾ ਕੁਝ, ਉਮੀਦ ਕਰਦੀ ਹਾਂ ਅੱਛੇ ਤਰੀਕੇ ਨਾਲ ਯਾਦ ਹੋਊਗਾ, ਠੀਕ ਹੈ। ਚਲੋ ਇਸ ਤੋਂ ਬਾਅਦ ਆਪਾਂ ਪੜ੍ਹ ਲੈਂਦੇ ਹਾਂ ਨੈਕਸਟ ਵਨ, ਠੀਕ ਹੈ। ਇਹ ਕੁਛ ਤੁਸੀਂ ਐਂ ਕਹਿ ਸਕਦੇ ਹੋ ਕਿ ਜਨਰਲ ਰਿਜ਼ਲਟ ਨੇ, ਯਾਦ ਰਹਿੰਦੇ ਨੇ ਦੈਨ ਵੈਲ ਐਂਡ ਗੁੱਡ ਹੈ, ਠੀਕ ਹੈ। ਸੋ ਨੈਕਸਟ ਵਨ 10th ਵਨ, ਇਹ ਮੇਰੇ ਕੋਲ ਕੀ ਹੈ ਜੀ, ਅਗਰ ਤੁਹਾਡੇ ਕੋਲ ਕੋਈ ਵੀ ਮੰਨ ਲਓ ਏਪੀ ਹੈ, ਏਪੀ ਦੇ ਵਿੱਚ ਤੁਹਾਨੂੰ ਦਿੱਤੀ ਹੋਈ ਹੈ ਪੀਥ ਟਰਮ। ਹੁਣ ਸੋਚਣ ਵਾਲੀ ਗੱਲ ਹੈ, ਮੈਮ ਪੀਥ ਟਰਮ ਕੀ ਹੋਏਗੀ, ਪੀਥ ਟਰਮ ਦਿੱਤੀ ਹੋਈ ਹੈ ਤੁਹਾਨੂੰ ਕਿਊ, ਠੀਕ ਹੈ। ਔਰ ਕਿਊਥ ਟਰਮ ਤੁਹਾਨੂੰ ਦਿੱਤੀ ਹੋਈ ਹੈ ਪੀ। ਐਵੇਂ ਦੇ ਕੁਐਸਚਨ ਆਉਂਦੇ ਨੇ, ਇਹ ਮੈਂ ਤਾਂ ਦੱਸ ਰਹੀ ਹਾਂ ਤੁਹਾਨੂੰ। ਪੀਥ ਟਰਮ ਦਿੱਤੀ ਹੋਈ ਹੈ ਕਿਊ, ਕਿਊਥ ਟਰਮ ਦਿੱਤੀ ਹੋਈ ਹੈ ਪੀ, ਤਾਂ ਜੇਕਰ ਤੁਹਾਨੂੰ ਪੁੱਛ ਲੈਣ ਕਿ ਪੀ ਪਲਸ ਕਿਊਥ ਟਰਮ ਕਿੰਨੀ ਹੋਊਗੀ, ਦੈਟ ਇਜ਼ ਡਾਇਰੈਕਟਲੀ ਯੂ ਕੈਨ ਸੇ 0 ਹੋਊਗੀ, ਠੀਕ ਹੈ। ਅੱਛਾ ਮੈਮ, ਫਿਰ ਆਰਥ ਟਰਮ ਕਿੰਨੀ ਹੋਊਗੀ, ਦੈਟ ਇਜ਼ ਪੀ ਪਲਸ ਕਿਊ ਮਾਈਨਸ ਆਰ। ਸਮਝ ਨਹੀਂ ਆਇਆ ਜੀ, ਆਹ ਕੀ ਹੋ ਗਿਆ, ਪੀ ਕਿਊ ਕਿਊ ਆਰ, ਸਮਝ ਨਹੀਂ ਆਇਆ। ਇਹਨੂੰ ਆਪਾਂ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਮੈਂ ਤੁਹਾਨੂੰ ਕੀ ਕਿਹਾ ਸੀ, ਮੈਂ ਤੁਹਾਨੂੰ ਕਿਹਾ ਸੀ ਕਿ ਜੇਕਰ ਤੁਹਾਨੂੰ ਪੀਥ ਟਰਮ ਕਿਊ ਦਿੱਤੀ ਹੋਵੇ ਤੇ ਕਿਊਥ ਟਰਮ ਪੀ ਦਿੱਤੀ ਹੋਵੇ, ਮਤਲਬ ਇਹ ਦੋਨੋਂ ਇੱਕ ਦੂਜੇ ਨਾਲ ਉਲਟ ਫੁਲਟ ਤਰੀਕੇ ਨਾਲ ਰਿਲੇਟ ਕਰਨ। ਸਿੰਪਲ ਵਰਡਸ ਦੇ ਵਿੱਚ ਐਜ਼ ਅ ਐਗਜ਼ਾਮਪਲ, ਕਿ ਮਤਲਬ ਤੁਹਾਨੂੰ 3rd ਟਰਮ 4 ਦਿੱਤੀ ਹੋਈ ਹੈ ਐਂਡ 4th ਟਰਮ ਤੁਹਾਨੂੰ 3 ਦਿੱਤੀ ਹੋਈ ਹੈ, ਠੀਕ ਹੈ। ਇਸ ਤਰੀਕੇ ਨਾਲ ਕੋਈ ਏਪੀ ਦਿੱਤੀ ਹੋਈ ਹੈ ਜਿਹਦੇ ਵਿੱਚ ਐਵੇਂ ਰਿਲੇਸ਼ਨ ਬਣਿਆ ਹੋਇਆ ਟਰਮਸ ਦੇ ਵਿੱਚ, ਠੀਕ ਹੈ। ਤਾਂ ਇਹ ਬੜਾ ਸਿੰਪਲ ਜਿਹਾ ਰਿਜ਼ਲਟ ਹੈ ਕਿ ਪੀ ਪਲਸ ਕਿਊਥ ਟਰਮ ਤੁਹਾਡੇ ਕੋਲੇ ਕੀ ਆਊਗੀ, 0 ਹੀ ਆਊਗੀ। ਇਨ ਸਿੰਪਲ ਵਰਡਸ ਯੂ ਕੈਨ ਸੇ, ਮੈਮ ਜਿਹੜੀ ਐਗਜ਼ਾਮਪਲ ਲਈ ਹੈ ਉਹਦੇ ਵਿੱਚ T7 ਮਤਲਬ 4 + 3 ਕੀ ਹੋਏਗਾ, ਮੇਰੇ ਕੋਲ 100% 0 ਹੋਊਗਾ। ਔਰ ਜੇਕਰ ਮੈਂ ਕੋਈ ਹੋਰ ਟਰਮ ਕੱਢਦੀ ਹਾਂ ਤਾਂ ਉਹ ਕਿਵੇਂ ਹੋਏਗਾ, P ਪਲਸ ਕਿਊ ਮਾਈਨਸ ਆਰ, ਠੀਕ ਹੈ। ਮੀਨਸ ਜੇਕਰ ਤੁਸੀਂ ਕੋਈ ਵੀ ਰੈਂਡਮ ਹੋਰ ਟਰਮ ਕੱਢਦੇ ਹੋ, ਦੈਟ ਇਜ਼ P ਪਲਸ ਕਿਊ ਮਾਈਨਸ ਆਰ। ਇਹ ਫੋਰਮੂਲਾ ਹੈ ਜੀ। ਹੁਣ ਤੁਸੀਂ ਸੋਚੋਗੇ ਮੈਮ ਇਹ ਆਉਂਦਾ, ਆਉਂਦਾ ਬਿਲਕੁਲ ਆਉਂਦਾ, ਔਰ ਤੁਹਾਨੂੰ ਪੀ ਕਿਊ ਦੀ ਫੋਰਮ 'ਚ ਹੀ ਆਊਗਾ। ਤਾਂ ਤੁਸੀਂ ਡਾਇਰੈਕਟ ਆਪਣੇ ਮਾਈਂਡ 'ਚ ਯਾਦ ਰੱਖਣਾ ਕਿ ਜੇਕਰ ਉਲਟਾ ਰਿਲੇਸ਼ਨ ਬਣਿਆ ਹੋਇਆ P ਪਲਸ ਕਿਊ ਸਿੱਧਾ ਇਜ਼ ਇਕੁਅਲਸ ਟੂ 0, ਠੀਕ ਹੈ, ਕਲੀਅਰ ਹੈ। ਤਾਂ ਇਹ ਸੀਗਾ ਆਪਣਾ 10th ਵਨ। 11th ਕਰਦੇ ਹਾਂ ਹੁਣ ਆਪਾਂ। ਹਾਂਜੀ, 11th ਰਿਜ਼ਲਟ ਆਪਣੇ ਕੋਲ ਕੀ ਹੈ, 11th ਰਿਜ਼ਲਟ ਆਪਣੇ ਕੋਲ ਹੈਗਾ ਕਿ ਜੇਕਰ ਪੀਥ ਟਰਮ ਕਿਊ ਦੇ ਇਕੁਅਲ ਹੈ, ਧਿਆਨ ਨਾਲ ਦੇਖੋ, ਪੀਥ ਟਰਮ ਪੀ ਨਾਲ ਮਲਟੀਪਲਾਈ ਹੋ ਰਿਹਾ, ਠੀਕ ਹੈ, ਔਰ ਕਿਊਥ ਟਰਮ ਕਿਊ ਨਾਲ ਮਲਟੀਪਲਾਈ ਹੋ ਰਿਹਾ ਔਰ ਦੋਨੋਂ ਆਪਸ ਦੇ ਵਿੱਚ ਇਕੁਅਲ ਨੇ। ਰਿਪੀਟ ਕਰ ਰਹੀ ਹਾਂ, ਪੀਥ ਟਰਮ ਪੀ ਦਾ ਮਲਟੀਪਲ, ਕਿਊਥ ਟਰਮ ਕਿਊ ਦਾ ਮਲਟੀਪਲ ਆਪਸ ਦੇ ਵਿੱਚ ਇਕੁਅਲ ਨੇ ਔਰ ਇਹ ਕਿਸੇ ਨਾ ਕਿਸੇ ਏਪੀ ਦੇ ਨੰਬਰ ਨੇ, ਤਾਂ ਵੀ ਤੁਸੀਂ ਕਹੋਗੇ ਕਿ ਪੀ ਪਲਸ ਕਿਊਥ ਟਰਮ ਹੈਜ਼ ਟੂ ਬੀ ਇਕੁਅਲਸ ਟੂ 0। ਹੁਣ ਉਹੀ ਐਗਜ਼ਾਮਪਲ ਲੈ ਲੈਂਦੇ ਆਪਾਂ, ਐਗਜ਼ਾਮਪਲ ਦੇ ਤੌਰ ਤੇ ਸਮਝੀਏ ਤਾਂ ਮਤਲਬ ਮੇਰੇ ਕੋਲ ਕੀ ਹੋ ਗਿਆ, 3T3 that is equals to 4T4, it means to say T7 is equals to 0। ਸਮਝ ਰਹੇ ਹੋ, ਕਲੀਅਰ ਹੈ। ਕੋਈ ਡਾਊਟ ਹੋਵੇ ਤਾਂ ਕਮੈਂਟ ਦੇ ਵਿੱਚ ਪੁੱਛ ਲਿਓ, ਠੀਕ ਹੈ। ਇਹ ਸਾਰੀਆਂ ਗੱਲਾਂ ਸੀ ਜੋ ਆਪਾਂ ਡਿਸਕਸ ਕਰਨੀਆਂ ਸੀ। ਹਾਂਜੀ, ਤਾਂ ਉਸ ਤੋਂ ਬਾਅਦ ਆ ਗਿਆ ਜੀ 12th ਪੁਆਇੰਟ। ਹਾਂਜੀ, 12th ਪੁਆਇੰਟ ਦੇ ਵਿੱਚ ਮੈਨੂੰ ਕੀ ਦਿੱਤਾ ਹੋਇਆ, ਹੁਣ ਟਰਮਸ ਦੀ ਗੱਲ ਤਾਂ ਆਪਾਂ ਅੱਛੀ ਖਾਸੀ ਕਰ ਲਈ। ਹੁਣ 2 ਪੁਆਇੰਟ ਆਪਾਂ ਕਰਦੇ ਹਾਂ ਜਿਹਦੇ ਵਿੱਚ ਆਪਾਂ ਸਮ ਆਫ ਟਰਮਸ ਦੀ ਗੱਲ ਕਰਨੀ ਹੈ। ਹੁਣ ਸਮ ਆਫ ਟਰਮਸ ਦੇ ਵਿੱਚ ਵੀ ਦੇਖੋ ਉਹੀ ਚੀਜ਼ ਲੈ ਕੇ ਚੱਲਣੀ ਹੈ। ਪਹਿਲਾਂ ਮੈਂ ਟਰਮ ਵਾਲਾ ਲਿਖ ਲੈਣੀ ਹੈ। ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਪੀਥ ਟਰਮ ਕਿਊ ਦੇ ਇਕੁਅਲ ਹੋਵੇ, ਕਿਊਥ ਟਰਮ ਪੀ ਦੇ ਇਕੁਅਲ ਹੋਵੇ। ਮੈਂ ਬਾਰ-ਬਾਰ ਕਿਉਂ ਬੋਲ ਰਹੀ ਹਾਂ, ਤੁਹਾਡਾ ਯਾਦ ਹੋ ਜਾਊਗਾ। ਤਾਂ ਦੋਨਾਂ ਦਾ ਸਮ ਕਿਹਦੇ ਬਰਾਬਰ ਹੋਊਗਾ, 0 ਦੇ। ਹੁਣ ਜਿਹੜਾ 12th ਰਿਜ਼ਲਟ ਹੈ ਉਹ ਕੀ ਦੱਸਦਾ ਹੈ ਕਿ ਜੇ ਪੀ ਟਰਮਸ ਦਾ ਸਮ ਕਿਊ ਦੇ ਇਕੁਅਲ ਹੋਵੇ ਐਂਡ ਕਿਊ ਟਰਮਸ ਦਾ ਸਮ ਪੀ ਦੇ ਇਕੁਅਲ ਹੋਵੇ, ਤਾਂ ਸਮ ਆਫ ਪੀ ਪਲਸ ਕਿਊ ਮੇਰੇ ਕੋਲ ਪੀ ਪਲਸ ਕਿਊ ਦੇ ਹੀ ਬਰਾਬਰ ਹੋਊਗਾ, ਬਟ ਵਿਦ ਨੈਗੇਟਿਵ ਸਾਈਨ। ਦੇਖੋ ਕਿੰਨਾ ਅੱਛਾ ਸਾ ਰਿਜ਼ਲਟ ਹੈ।
ਇਹਦੇ ਵਿੱਚ ਮੇਰੇ ਕੋਲ ਇਕੁਅਲਸ ਟੂ 0 ਆ ਰਿਹਾ, ਇਹਦੇ ਵਿੱਚ ਇਜ਼ ਇਕੁਅਲਸ ਟੂ P + Q ਹੀ ਆ ਰਿਹਾ ਬਟ ਵਿਦ ਮਾਈਨਸ ਸਾਈਨ। ਠੀਕ ਹੈ, ਐਜ਼ ਐਗਜ਼ਾਮਪਲ ਤੁਸੀਂ ਕੀ ਕਹਿ ਸਕਦੇ ਹੋ, ਮੈਮ ਐਜ਼ ਐਗਜ਼ਾਮਪਲ ਵੀ ਲੈ ਕੇ ਦੱਸ ਦੂੰ ਕਿ ਜੇਕਰ ਤੁਹਾਡੇ ਕੋਲ ਸਮ ਆਫ 3 ਟਰਮਸ 4 ਹੈ ਐਂਡ ਸਮ ਆਫ 4 ਟਰਮਸ 3 ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਸਮ ਆਫ 7 ਟਰਮਸ ਮੇਰੇ ਕੋਲ -7 ਦੇ ਇਕੁਅਲ ਹੋਏਗਾ। ਡਾਇਰੈਕਟ ਰਿਜ਼ਲਟ ਬੜਾ ਸਹੀ ਆਪਾਂ ਕਹਿ ਸਕਦੇ ਹਾਂ ਕਿ ਯੂਜ਼ ਹੋਣ ਵਾਲੀ ਚੀਜ਼ ਹੈ ਇਹ। ਠੀਕ ਹੈ, ਸੋ ਨੈਕਸਟ 13th ਪੁਆਇੰਟ ਮੇਰੇ ਕੋਲ ਕੀ ਹੈ ਕਿ ਸਮ ਆਫ P ਟਰਮਸ ਐਂਡ ਸਮ ਆਫ Q ਟਰਮਸ ਇਫ these two are equal। ਹੁਣ ਤੁਸੀਂ ਸੋਚ ਕੇ ਦੇਖੋ ਕਿ ਕੋਈ ਸੀਕੁਐਂਸ ਹੈ, ਸੀਕੁਐਂਸ ਦੇ ਵਿੱਚ ਮੇਰੇ ਕੋਲ 4 ਟਰਮਸ ਦਾ ਸਮ ਵੀ ਬਰਾਬਰ ਆ ਰਿਹਾ ਔਰ 5 ਟਰਮਸ ਦਾ ਸਮ ਵੀ ਬਰਾਬਰ ਆ ਰਿਹਾ। ਇਟ ਮੀਨਸ ਟੂ ਸੇ P + Q ਇਜ਼ ਇਕੁਅਲਸ ਟੂ 0। ਡਾਇਰੈਕਟ ਰਿਜ਼ਲਟ ਇਹਦਾ ਇਹ ਬਣਦਾ। ਠੀਕ ਹੈ, ਕਲੀਅਰ ਹੈ। ਤੇ ਸਾਰੇ ਰਿਜ਼ਲਟ ਯਾਦ ਰੱਖਿਓ, ਬੜੇ ਕੰਮ ਆਣਗੇ। ਹਾਂਜੀ, ਅੱਗੇ ਚੱਲਦੇ ਹਾਂ। ਹੁਣ ਅੱਗੇ ਆਪਾਂ ਰਿਜ਼ਲਟ ਕਰਨ ਲੱਗੇ ਹਾਂ GP ਦੇ ਰਿਵੀਜ਼ਨ ਐਂਡ ਰਿਜ਼ਲਟ ਦੋਨੋਂ ਚੀਜ਼ਾਂ। ਠੀਕ ਹੈ ਜੀ, ਤਾਂ ਸਭ ਤੋਂ ਪਹਿਲੇ ਤਾਂ ਆਪਾਂ ਨੂੰ ਪਤਾ ਹੈ ਕਿ GP ਦੇ ਵਿੱਚ ਨੰਬਰ 1 ਤੋਂ ਹੀ ਸਟਾਰਟ ਕਰਦੇ ਹਾਂ। ਕਿ ਮੇਰੇ ਕੋਲ ਜਿਹੜੀ nth ਟਰਮ ਹੈ ਉਹ ਕਿਹਦੇ ਬਰਾਬਰ ਹੈ, ARn-1। ਦਿਸ ਇਜ਼ ਮਾਈ nth ਟਰਮ ARn-1। ਠੀਕ ਹੈ, ਔਰ ਅਗਰ ਤੁਸੀਂ ਫਰੋਮ ਐਂਡ ਫਾਈਂਡ ਕਰਨੀ ਹੈ, ਫਰੋਮ ਐਂਡ ਤਾਂ ਉਹੀ ਕਰੋ ਜੀ, ਉਲਟਾ ਕਰਕੇ ਲਿਖੋ ਤੇ ਕੁਐਸਚਨ ਤੁਹਾਡੇ ਕੋਲ ਰਾਈਟ ਹੈ। ਜਿਵੇਂ ਆਪਾਂ AP 'ਚ ਕੀਤਾ ਸੀ ਉਵੇਂ ਹੀ ਆਪਾਂ GP 'ਚ ਕਰਾਂਗੇ। ਐਗਰੀ? ਹਾਂਜੀ, ਤਾਂ ਸੈਕਿੰਡ ਥਿੰਗ ਮੇਰੇ ਕੋਲ ਕੀ ਸੀ, SN ਮੇਰੇ ਕੋਲ ਕਿਹਦੇ ਬਰਾਬਰ ਹੈ, A1 - R⁻n ਡਿਵਾਈਡ ਬਾਏ 1 - R। ਦਿਸ ਇਜ਼ ਅ ਫਾਰਮੂਲਾ ਜਿੱਥੇ ਤੁਹਾਨੂੰ ਕੀ ਦਿੱਤਾ ਹੋਇਆ, ਸੌਰੀ SN ਦਿੱਤਾ ਹੋਇਆ। ਠੀਕ ਹੈ ਜੀ, ਕਲੀਅਰ ਹੈ। ਵਨ ਮੋਰ ਥਿੰਗ, ਜਦੋਂ ਤੁਹਾਨੂੰ ਲਾਸਟ ਟਰਮ ਦਿੱਤੀ ਹੋਈ ਹੈ, ਉਸ ਫਾਰਮ ਦੇ ਵਿੱਚ ਤੁਹਾਡੇ ਕੋਲ ਕੀ ਫਾਰਮੂਲਾ ਹੋਏਗਾ, A - RL ਡਿਵਾਈਡ ਬਾਏ 1 - R। ਦਿਸ ਇਜ਼ ਫਾਰਮੂਲਾ ਜਦੋਂ ਤੁਹਾਨੂੰ ਲਾਸਟ ਟਰਮ ਦਿੱਤੀ ਹੋਈ ਹੈ। ਠੀਕ ਹੈ, ਥਰਡ ਵਨ, ਸਮ ਆਫ ਇਨਫਿਨਾਈਟ ਟਰਮਸ A/1 - R। ਸਮ ਆਫ ਇਨਫਿਨਾਈਟ ਟਰਮਸ A/1 - R। fourth one, geometric mean that is equals to √AB। बहुत ज़्यादा इंपॉर्टेंट। ठीक है, एंड जिमें मैंने तुहानू दस्सिया सी वी अरिथमैटिक मीन दे विच सारे अरिथमैटिक मीन का सम कर दोगे तो n × A आ जाऊगा। सिमिलरली प्रोडक्ट ऑफ n geometric mean that is equals to G⁻n। प्रोडक्ट ऑफ n geometric means is equals to G⁻n। हाँ जी, जो 3 नंबर्स तुसी फाइंड करने ने, 3 नंबर्स फाइंड करने ने इन GP तो किहड़े नंबर्स लैने आ, A/R AR। जो 4 नंबर फाइंड करने ने GP दे विच A/R³ A/R AR AR³। जो 5 नंबर्स फाइंड करने ने GP दे विच A/R, ਤੁਹਾਨੂੰ ਪਤਾ ਹੀ ਹੈ ਨਾ, ਆਪਾਂ ਆਲਰੇਡੀ ਕੀਤਾ ਹੋਇਆ, ਸੋ ਇਸ ਚੀਜ਼ ਦੇ ਉੱਪਰ ਟਾਈਮ ਨਹੀਂ ਵੇਸਟ ਕਰਦੇ। ਵੀ ਆਲ ਨੋ ਦੈਟ ਕਿ ਕਿਵੇਂ ਕਿਵੇਂ ਆਪਾਂ ਨੇ ਇਹ ਟੌਪਿਕਸ ਕੀਤੇ ਸੀਗੇ। ਠੀਕ ਹੈ, ਹਾਰਮੋਨਿਕ ਮੀਨ ਆਪਾਂ ਆਲਰੇਡੀ ਕਰ ਚੁੱਕੇ ਹਾਂ। ਹਾਰਮੋਨਿਕ ਮੀਨ ਦੇ ਰਿਜ਼ਲਟ ਆਪਾਂ ਆਲਰੇਡੀ ਕਰ ਚੁੱਕੇ ਹਾਂ ਸਾਰੇ। ਸੋ ਇਹਦੇ ਵਿੱਚ ਹੋਰ ਕੁਝ ਵੀ ਇੱਦਾਂ ਦਾ ਨਹੀਂ ਹੈਗਾ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ, ਸਾਰਾ ਕੁਝ ਆਲਰੇਡੀ ਹੋ ਚੁੱਕਿਆ ਆਪਣਾ। ਸੋ ਇੱਕ ਚੀਜ਼ ਦਾ ਧਿਆਨ ਰੱਖਿਓ, ਇੱਕ ਅੱਛਾ ਖਾਸਾ ਰਿਲੇਸ਼ਨ ਜੋ ਤਿੰਨਾਂ ਦੇ ਵਿੱਚ ਆਪਾਂ ਨੇ ਪੜ੍ਹਨਾ ਹੈ ਜਾਂ ਪੜ੍ਹਨਾ ਜ਼ਰੂਰੀ ਹੈ। ਠੀਕ ਹੈ, ਹਾਰਮੋਨਿਕ ਮੀਨ, ਜਿਓਮੈਟ੍ਰਿਕ ਮੀਨ, ਇਹ ਕੁਐਸਚਨ ਬੜੀ ਵਾਰੀ ਆਇਆ ਹੋਇਆ। ਠੀਕ ਹੈ, ਤਾਂ ਸਭ ਤੋਂ ਵੱਡਾ ਹੁੰਦਾ ਜੀ ਅਰਿਥਮੈਟਿਕ ਮੀਨ, ਉਸ ਤੋਂ ਬਾਅਦ ਹੁੰਦਾ ਜਿਓਮੈਟ੍ਰਿਕ ਮੀਨ ਔਰ ਉਸ ਤੋਂ ਬਾਅਦ ਹੁੰਦਾ ਹਾਰਮੋਨਿਕ ਮੀਨ। ਦਿਸ ਇਜ਼ ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ, ਕਈ ਵਾਰ ਐਗਜ਼ਾਮਸ ਦੇ ਵਿੱਚ ਆਈ ਹੋਈ ਚੀਜ਼ ਹੈਗੀ ਹੈ ਇਹ। ਠੀਕ ਹੈ, ਸੋ ਇੱਕ ਹੋਰ ਰਿਲੇਸ਼ਨ ਇਹਦੇ ਵਿੱਚ ਬਣਦਾ ਹੈ। ਕਿਹੜਾ ਰਿਲੇਸ਼ਨ ਬਣਦਾ ਹੈ ਜੀ, ਅਰਿਥਮੈਟਿਕ ਮੀਨ ਤੇ ਹਾਰਮੋਨਿਕ ਮੀਨ ਦੀ ਮਲਟੀਪਲਾਈ ਜਿਓਮੈਟ੍ਰਿਕ ਦੇ ਸਕੁਏਅਰ ਦੇ ਬਰਾਬਰ ਹੁੰਦੀ ਹੈ। ਯੂ ਕੈਨ ਸੇ ਕਿ ਇਹਨਾਂ ਦੋਨਾਂ ਦੀ ਮਲਟੀਪਲਾਈ ਵਿੱਚ ਵਾਲੇ ਦੇ ਸਕੁਏਅਰ ਦੇ ਬਰਾਬਰ ਹੁੰਦੀ ਹੈ। ਠੀਕ ਹੈ, ਹੁਣ ਇਹ ਕਦੋਂ ਹੋਏਗਾ, ਇਹਦਾ ਮਤਲਬ ਸਾਫ਼ ਹੈ ਕਿ ਅਰਿਥਮੈਟਿਕ ਮੀਨ, ਹਾਰਮੋਨਿਕ ਮੀਨ ਤੇ ਜਿਓਮੈਟ੍ਰਿਕ ਮੀਨ GP ਦੇ ਵਿੱਚ ਨੇ, ਹੈ ਨਾ, ਕਿਉਂਕਿ GP ਦੇ ਵਿੱਚ ਆਹੀ ਹੁੰਦਾ, GP ਦਾ ਰਿਲੇਸ਼ਨ ਇਹੀ ਹੁੰਦਾ। ਜਿਵੇਂ 2 4 8
ठीक है। तो मतलब जो 1/3 की मल्टीप्लाई करते हैं दैट इज इक्वल्स टू सेंटर वाले का स्केयर, मतलब यह जीपी नूं रिप्रजेंट कर रहा है, तो मतलब यह जीपी दे विच ही रिप्रजेंट करते हैं जो ए एच इज इक्वल्स टू जी स्केयर होंदा है। तो सिंपल वर्ड्स दे विच तुहानूं ये भी पूछा जा सकता है कि यह तिन्ना आपस दे विच किहड़ा सीरीज़ या किहड़ा प्रोग्रेशन बनाते हैं, तो ये तीनों आपस दे विच मिल के की बनाते हैं जी, जीपी बनाते हैं। ये एग्री और नॉट, तीनों आपस दे विच मिल के की बनाते हैं, जीपी बनाते हैं। सिंपल सौखा सी ना, कुछ भी ये मुश्किल नहीं सी। तो अज लई इन्ना ही करते हैं। ਜਿਹੜੇ भी साथियों की क्लास रह गई तो उन्होंने रिक्वेस्ट है क्लास जरूर देख लैन, सारे तुहाडे ਜਿਹੜੇ डाउट्स ने कंप्लीट हो जाएंगे। और उस तो बाद कल आप पढ़ांगे कन्वर्जेंस ग्रैजुएशन। ठीक है, धन्यवाद तुहाडा सारिਆਂ ਦਾ, बहुत बहुत थैंक्स। एंड देख लो हूँ तो छेती होगी क्लास अपलोड, तो देख के सो जियो। ओके, थैंक यू।